ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਗ੍ਰਾਫ ਦੀ। ਦੇਸ਼ ਦੇ ਵਿੱਚ ਕੋਰੋਨਾ ਦੇ ਨਾਲ ਮੌਤਾਂ ਦਾ ਖਤਰਨਾਕ ਅੰਕੜਾ ਸਾਹਮਣੇ ਨਿਕਲ ਕੇ ਆਇਆ ਹੈ। ਮੌਤਾਂ ਦਾ ਖਤਰਨਾਕ ਰਿਕਾਰਡ ਵੀ ਅਸੀਂ ਤੁਹਾਨੂੰ ਦੱਸਾਂਗੇ। ਪਹਿਲੀ ਵਾਰ ਇੱਕ ਦਿਨ ਦੇ ਵਿੱਚ 4500 ਤੋਂ ਵੱਧ ਮੌਤਾਂ ਪੂਰੇ ਦੇਸ਼ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। 24 ਘੰਟੇ ਦੇ ਵਿੱਚ ਕੋਰੋਨਾ ਦੇ ਨਾਲ 4529 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਔਰ 24 ਘੰਟੇ ਦੇ ਵਿੱਚ 2,67,334 ਨਵੇਂ ਕੇਸ ਵੀ ਰਿਕਾਰਡ ਕੀਤੇ ਗਏ ਨੇ। ਤਾਂ ਇੱਕ ਦਿਨ ਦੇ ਵਿੱਚ 3,99,851 ਲੋਕਾਂ ਨੇ ਰਿਕਵਰ ਵੀ ਕੀਤਾ ਹੈ। ਤਾਂ ਦੇਸ਼ ਦੇ ਵਿੱਚ ਰਿਕਵਰੀ ਰੇਟ ਵੀ ਆਪਣੀ ਜਗ੍ਹਾ ਹੈ, ਪਰ ਸਭ ਤੋਂ ਵੱਧ ਡਰਾ ਰਿਹਾ ਹੈ ਮੌਤਾਂ ਦਾ ਅੰਕੜਾ, ਕਿਉਂਕਿ ਪਹਿਲੀ ਵਾਰ ਇੱਕ ਦਿਨ ਦੇ ਵਿੱਚ 4500 ਤੋਂ ਵੱਧ ਪੂਰੇ ਦੇਸ਼ ਦੇ ਵਿੱਚ ਲੋਕਾਂ ਨੇ ਦਮ ਤੋੜ ਦਿੱਤਾ ਬੀਤੇ 24 ਘੰਟਿਆਂ ਵਿੱਚ। ਔਰ ਅਗਰ ਨਵੇਂ ਫਰੈਸ਼ ਕੇਸਿਸ ਦੀ ਗੱਲ ਕੀਤੀ ਜਾਵੇ ਤਾਂ 4,529 ਤੱਕ जो है मरीजा दा मौत का अंकड़ा पहुंच चुके। इस दे नाल 24 घंटे में 2,67,334 नवे केस भी सामने आए हैं। ਤਾਂ ਇੱਕ ਵਾਰ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਵੀ ਸਮਝਾ ਦਿੰਦੇ ਆ ਕਿ ਆਖਿਰ ਇਸ ਵੇਲੇ ਅੰਕੜੇ ਕੀ ਕੁਝ ਬਿਆਨ ਕਰ ਰਹੇ ਨੇ, ਕਿਹੜੀ ਕੁਝ ਤਸਵੀਰ ਅੰਕੜਿਆਂ ਵੱਲੋਂ ਰੱਖੀ ਜਾ ਰਹੀ ਹੈ। 24 ਘੰਟਿਆਂ ਦੇ ਅੰਕੜੇ ਤੁਹਾਡੀ ਟੀਵੀ ਸਕਰੀਨ ਤੇ ਨੇ। ਨਵੇਂ ਕੇਸ ਜਿਹੜੇ ਕਿ ਪੂਰੇ ਦੇਸ਼ ਦੇ ਵਿੱਚ ਬੀਤੇ 24 ਘੰਟਿਆਂ 'ਚ ਰਿਕਾਰਡ ਕੀਤੇ ਗਏ ਨੇ 2 ਲੱਖ ਤੋਂ ਪਾਰ ਪਹੁੰਚ ਚੁੱਕੇ। 2,67,334 ਨਵੇਂ ਕੇਸਿਸ ਦਾ ਅੰਕੜਾ ਹੈ। ਹਾਲਾਂਕਿ ਜੋ ਰਿਕਵਰੀ ਰੇਟ ਹੈ ਉਹ 3,99,851 ਲੋਕਾਂ ਦਾ ਹੈ, ਯਾਨੀ ਕਿ ਇੰਨੇ ਲੋਕ ਜਿਹੜੇ ਨੇ, ਇੰਨੀ ਆਬਾਦੀ ਜਿਹੜੀ ਹੈ ਉਹ ਫਿਲਹਾਲ ਬੀਤੇ 24 ਘੰਟਿਆਂ ਦੇ ਵਿੱਚ ਠੀਕ ਹੋ ਕੇ ਡਿਸਚਾਰਜ ਹੋ ਚੁੱਕੀ ਹੈ। ਮੌਤਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 4,529 ਮੌਤਾਂ ਬੀਤੇ 24 ਘੰਟਿਆਂ ਦੇ ਵਿੱਚ ਹੋਈਆਂ ਨੇ। ਤਾਂ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਤੁਹਾਨੂੰ ਅਸੀਂ ਦੱਸ ਰਹੇ ਹਾਂ। ਨਵੇਂ ਕੇਸ ਤੁਹਾਨੂੰ ਪੂਰੇ ਦਿਨਾਂ ਦੇ ਅਕੋਰਡਿੰਗ ਵੀ ਦੱਸਾਂਗੇ ਕਿ ਆਖਿਰ ਹਰ ਦਿਨ ਦੇ ਵਿੱਚ ਕਿੰਨੇ ਕੁ ਬਦਲਾਅ ਦੇ ਨਾਲ ਨਵੇਂ ਕੇਸ ਦਰਜ ਕੀਤੇ ਜਾ ਰਹੇ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ 14 ਮਈ ਦੀ। 14 ਮਈ ਨੂੰ 3,26,098 ਕੇਸ ਜਿਹੜੇ ਨੇ ਉਹ ਰਿਕਾਰਡ ਕੀਤੇ ਗਏ ਸੀ। ਉਸ ਤੋਂ ਬਾਅਦ 15 ਮਈ ਨੂੰ ਇਹਨਾਂ ਦੇ ਵਿੱਚ ਥੋੜੀ ਜਿਹੀ ਕਟੌਤੀ ਵੇਖਣ ਨੂੰ ਮਿਲੀ ਹੈ। 3,11,170 ਤੱਕ ਇਹ ਗ੍ਰਾਫ ਕਿਤੇ ਨਾ ਕਿਤੇ ਡਿੱਗਦਾ ਹੋਇਆ ਨਜ਼ਰ ਆਇਆ। 16 ਮਈ ਦੀ ਗੱਲ ਕਰਾਂਗੇ, ਯਾਨੀ ਕਿ ਅਗਲੇ ਦਿਨ ਇਹ ਗ੍ਰਾਫ ਹੋਰ ਜ਼ਿਆਦਾ ਡਿੱਗਿਆ, ਯਾਨੀ ਕਿ 2,81,386 ਤੱਕ ਅੰਕੜੇ ਰਿਕਾਰਡ ਕੀਤੇ ਗਏ। ਜਿਸ ਤੋਂ ਬਾਅਦ 17 ਮਈ ਨੂੰ ਇੱਕ ਵਾਰ ਫਿਰ ਤੋਂ ਗ੍ਰਾਫ ਡਿੱਗਿਆ, ਜੋ ਕਿ ਰਾਹਤ ਵਾਲੀ ਖਬਰ ਰਹੀ। 2,63,533 ਤੱਕ ਇਹ ਗ੍ਰਾਫ ਡਿੱਗਿਆ। ਜਿਸ ਤੋਂ ਬਾਅਦ 18 ਮਈ ਨੂੰ ਇੱਕ ਵਾਰ ਫਿਰ ਤੋਂ ਗ੍ਰਾਫ ਵਿੱਚ ਇਜ਼ਾਫਾ ਹੋਇਆ ਹੈ, ਯਾਨੀ ਕਿ 2,67,334 ਲੋਕ ਅਜਿਹੇ ਨੇ ਜੋ ਕਿ ਬੀਤੇ 24 ਘੰਟਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਪੋਜ਼ਿਟਿਵ ਆਏ ਨੇ। ਤੇ ਹੁਣ ਇੱਕ ਵਾਰ ਮੌਤਾਂ ਦੇ ਅੰਕੜੇ ਦੀ ਵੀ ਗੱਲ ਕਰ ਲੈਂਦੇ ਕਿ ਆਖਿਰ ਗ੍ਰਾਫਿਕਸ ਦੇ ਜ਼ਰੀਏ ਕਿ ਕਿਸ ਤਰ੍ਹਾਂ ਮੌਤਾਂ ਦੇ ਅੰਕੜੇ ਤਬਦੀਲੀਆਂ ਕਰ ਰਹੇ ਨੇ। ਸਿੱਧੇ 14 ਮਈ ਤੋਂ ਲੈ ਕੇ ਸਿੱਧੇ ਗੱਲ ਕਰਾਂਗੇ 18 ਮਈ ਤੱਕ ਦੀ। 14 ਮਈ ਨੂੰ 3,890 ਜਿਹੜੇ ਲੋਕ ਨੇ ਉਹਨਾਂ ਨੇ ਦਮ ਤੋੜ ਦਿੱਤਾ ਸੀ। ਉਸ ਤੋਂ ਬਾਅਦ 15 ਮਈ ਨੂੰ ਇਹ ਅੰਕੜਾ ਵੱਧ ਗਿਆ, 4,000 ਤੋਂ ਵੱਧ ਪਹੁੰਚ ਗਿਆ। ਇਸ ਤੋਂ ਬਾਅਦ 16 ਮਈ ਨੂੰ ਇੱਕ ਵਾਰ ਫਿਰ ਤੋਂ 4,000 ਤੋਂ ਵੱਧ ਪਹੁੰਚਿਆ, ਯਾਨੀ ਕਿ 4,106 ਤੱਕ ਪਹੁੰਚਿਆ। 17 ਮਈ ਨੂੰ ਫਿਰ ਤੋਂ ਇਸ ਗ੍ਰਾਫ ਦੇ ਵਿੱਚ इंक्रीज होया, यानी कि ग्राफ वधिया होया नजर आया। 4,329 तक पहुंचा और इस तो बाद 18 मई नूं सब तो ज्यादा पीक ते पहुंचा। ते हुण तक दे सब तो ज्यादा मौतां दा अंकड़ा जिहड़ा है बीते 24 घंटिया दे विच निकल के आया है, जो कि अपने आप दे विच डराउण वाली तस्वीर जरूर पेश कर रहा है, क्योंकि 5 दिनां दे विच एक ग्राफ सिर्फ वधदा जा रहा है, यानी कि किसी तरह की कोई कटौती देखण नूं नहीं मिल रही। ਹੁਣ ਪੰਜਾਬ ਦਾ ਵੀ ਹਾਲ ਤੁਹਾਨੂੰ ਦੱਸ ਦਿੰਨੇ ਆ। ਦੇਸ਼ ਦੀ ਗੱਲ ਕੀਤੀ, ਪੰਜਾਬ ਦੇ ਅੰਕੜੇ ਵੀ ਤੁਹਾਡੀ ਟੀਵੀ ਸਕਰੀਨ ਤੇ ਨੇ। 24 ਘੰਟਿਆਂ ਦੇ ਅੰਕੜੇ। ਨਵੇਂ ਕੇਸ ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਵਿੱਚ 7,143 ਦਰਜ ਕੀਤੇ ਗਏ। 8,174 ਲੋਕਾਂ ਨੇ ਰਿਕਵਰੀ ਕੀਤੀ ਹੈ, ਯਾਨੀ ਕਿ ਠੀਕ ਹੋਏ ਨੇ। ਔਰ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 231 ਲੋਕਾਂ ਦੀ ਜਾਨ ਜਾ ਚੁੱਕੀ ਹੈ। ਤਾਂ ਪੰਜਾਬ ਦਾ ਰਿਕਵਰੀ ਰੇਟ ਬਹੁਤ ਵਧੀਆ ਹੈ, ਕਿਉਂਕਿ ਨਵੇਂ ਕੇਸ ਜਿਹੜੇ ਨੇ ਉਹ ਘੱਟ ਨਹੀਂ ਕਿਤੇ ਨਾ ਕਿਤੇ, ਬਟ ਰਿਕਵਰੀ ਰੇਟ ਜਿਹੜਾ ਹੈ ਉਹ ਵੱਧ ਕੇ ਸਾਹਮਣੇ ਆਇਆ ਹੈ। ਤਾਂ ਜੋ ਮਰੀਜ਼ ਠੀਕ ਹੋਏ ਨੇ ਉਹ 8,174 ਨੇ, ਜੋ ਕਿ ਬੀਤੇ 24 ਘੰਟਿਆਂ ਦੇ ਵਿੱਚ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਨੇ। ਤਾਂ ਉਧਰ ਇੱਕ ਵਾਰ ਤੁਹਾਨੂੰ ਤਰੀਕਾ ਦੇ ਮੁਤਾਬਿਕ ਵੀ ਦੱਸ ਦਿੰਦੇ ਆ ਕਿ ਆਖਿਰ ਬੀਤੇ 5 ਦਿਨਾਂ ਦੇ ਵਿੱਚ ਕਿੰਨਾ ਕਿ ਇਜ਼ਾਫਾ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਗੱਲ 14 ਮਈ ਦੀ ਕਰਾਂਗੇ। 14 ਮਈ ਨੂੰ 8,068 ਕੇਸ ਦਰਜ ਕੀਤੇ ਗਏ। ਉਸ ਤੋਂ ਬਾਅਦ ਸਿੱਧੇ 15 ਮਈ ਨੂੰ ਗ੍ਰਾਫ ਦੇ ਵਿੱਚ ਕਮੀ ਆਈ ਹੈ ਔਰ ਕੇਸਿਸ ਦੇ ਵਿੱਚ ਕਮੀ ਆਈ ਹੈ। 6,867 ਤੱਕ ਇਹ ਕੇਸ ਪਹੁੰਚੇ ਨੇ। 16 ਮਈ ਨੂੰ ਇੱਕ ਵਾਰ ਫਿਰ ਤੋਂ ਇਜ਼ਾਫਾ ਹੁੰਦਾ ਹੈ, 7,038 ਤੱਕ ਪਹੁੰਚ ਜਾਂਦੇ ਨੇ। 17 ਮਈ ਨੂੰ ਹਲਕਾ ਜਾ, ਬਿਲਕੁਲ ਹਲਕਾ ਜਾ ਕੇਸਿਸ ਦੇ ਵਿੱਚ ਕਟੌਤੀ ਹੁੰਦੀ ਹੈ ਔਰ ਇਹ ਪਹੁੰਚ ਜਾਂਦੇ ਨੇ 6,947 ਤੱਕ। ਪਰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹੀ ਹੈ कि 18 मई में एक बार फिर तो केसेस दे विच इजाफा हो गया है और 7,100
43 तक ये केस पहुंच चुके हैं। पंजाब के मौतां के अंकड़े की भी गल कर लेंगे आ। 5 दिनों के विच आखिर पंजाब दे विच कितनियां मौतां दे विच इजाफा होया उसकी गल कर लेंगे आ। ग्राफिक्स के जरिए तुसीं समझण की तुहानूं कोशिश करवावांगे। 14 मई नूं सब तो पहला 180 मौतां होंदियां ने, 15 मई नूं 217 मौतां होईयां, 16 मई नूं 202 मौतां होईयां। इस तो बाद किते ना किते कमी भी आई और 17 मई नूं 194 लोगों ने दम तोड़िया, जिस तो बाद 18 मई नूं एक बार फिर तो सब तो वध नंबर ते मौतां होईयां, यानी कि 231 अजिहे लोग ने जिन्हां ने बीते 5 दिनां दे विच दम तोड़िया है। 231 लोगों ने 5 दिनां विच सब तो वध अगर किसी टाइम ते दम तोड़िया तो 18 मई की तरीक है, यानी कि बीते 24 घंटिया दे विच 231 लोग अजिहे ने जिन्हां ने दम तोड़ दिता है। हुण हॉटस्पॉट जिलिਆਂ ਦੀ भी गल करांगे। लुधियाना, बठिंडा, मोहाली, जलंधर ते पटियाला इस वेले सब तो वध हॉटस्पॉट जिले बने हुए हैं, क्योंकि लगातार इत्थे केसेस बहुत ज्यादा रिकॉर्ड किए जा रहे हैं। इस वेले सब तो वध प्रभावित लुधियाना है। लुधियाना दे विच 991 केस जिहड़े ने रिकॉर्ड किए गए हैं। बठिंडा दे विच 754, मोहाली दे विच 717, जलंधर दे विच 663 ते पटियाला दे विच 513 अजिहे लोग ने जो कि कोरोना वायरस की चपेट दे विच आए ने बीते 24 घंटिया दे विच, और लुधियाना सब तो वध प्रभावित इस वेले बनिया हुआ है। एक बार मौतां दे अंकड़े की भी गल कर लेंगे कि आखिर हॉटस्पॉट जिलिਆਂ ਦੇ ਵਿੱਚ ਕੀ कुछ मौतां ਦਾ अंकड़ा सामने निकल के आ रहा है। बठिंडा इस वेले सब तो वध प्रभावित है, इस करके बठिंडा दे विच मौतां दा अंकड़ा भी सब तो ज्यादा है। बीते 24 घंटिया विच बठिंडा विच 34 लोगों ने दम तोड़ दिता, लुधियाना दे विच 21, मुक्तसर साहिब दे विच 19, पटियाला दे विच 21 और अमृतसर दे विच 16 मरीजां ने दम तोड़ दिता है। ते इस वेले कोरोना वायरस के अंकड़े बेकाबू होंदे हुए जरूर नजर आ रहे हैं। हालांकि पंजाब का रिकवरी रेट किते ना किते थोड़ा सुधरिया है और रिकवरी रेट दे विच थोड़ा सुधार भी वेखण नूं मिलिया है। तां इस पूरी खबर ते वधेरी गलबात करन वास्ते न्यूज़ 18 पंजाब, हरियाणा, हिमाचल के ब्यूरो चीफ नपिंदर सिंह बराड़ मेरे नाल जुड़ चुके हैं। नपिंदर, की कुछ जानकारी है तुहाडे कोल इस वेले अगर पूरे ग्राउंड स्टेटस की गल की जाए तो पंजाब दे विच कोविड नूं लैके की कुछ हालात ने, क्योंकि लोकां दे विच भी कई लोकां दे विच कुछ खदशे भी हुंदे ने। हालांकि कुछ लोग अजिहे ने जो अजे भी कोरोना वायरस को बिल्कुल भी सीरियसली नहीं ले रहे और लापरवाही वरती भी जा रही है। पंजाब का इस वेले की कुछ हाल है? जो देखो, पंजाब की हालत बेहद भयानक है। असल कहानी यह है कि अज ऐसी स्थिति पैदा हो चुकी है जो मौतों का आंकड़ा सब तो ज़्यादा बढ़ गया। कल सेहत विभाग के नाल सेहत महकमे के मंत्री के नाल जो साडी गलबात हुई तो उन्होंने साफ तौर पर कहा कि बेशक आंकड़ा जिहड़ा हैगा 9,9800 तो एक बारी थल्ले नूं आया, पर मौतों का आंकड़ा घटन की जगह वधदा जा रहा। ये सब तो चिंता वाली गल है कि जे तुहाडे केस घट रहे हैं तो मौतों का आंकड़ा भी घटना चाहिए। मौतों का आंकड़ा ना घटन की सीधे तौर पर यह संकेत ने कि जिहड़े साडे लोग ने ज़्यादा सिक ने, वो ज़्यादा बुरी तरह बीमार ने, लैवल 3 के ज़्यादातर मरीज ने। क्योंकि जिस तरह लगातार दावा किया जाता है कि हुण जो पिछले दिनों की तुसीं तस्वीर देख लो, जिवें पिछली वेव सी तो शहरों के विच लोगों को डर सी, पिंडां वाले कहा जाता है कि सेफ ने, पर हुण सब तो ज़्यादा खतरा पिंडां दे विच मन्निया जा रहा। कई पिंड तो अद्धे नालों ज़्यादा आबादी जिहड़ी है प्रभावित हो चुकी है, जो टेस्टिंग तो बाद साफ हो गया, पर ज़्यादातर पिंडां ने टेस्टिंग नहीं करवाई। यही कारण है कि पिंडां दे विच जदों ये दर वधी है तो पहली गल तो तुसीं साडे सज्जे खब्बे नज़र मार के देख लो नवजोत, लोग जे किसी नूं तुसीं टेस्ट करवाउण लई कहने आ तो वो तुहानूं इस नज़र नाल देखदा कि यार मैं टेस्ट करवावां, मैनूं की होया, हालांकि अंदर ਉਹਦੇ भी डर हुंदा, टेस्ट नहीं करवाउंदे पहली गल। और जदों तक वो टेस्ट करवाउण दे लई जांदे ने उदों तक हालात ने जिहड़े खराब हो चुके होंदे ने, क्योंकि घरे ही ओढ़ घोड़ करते हैं, अपने कोल ही बुखार की गोली लै ली, तो जदों टेस्टिंग हो के जदों इलाज दे लई जांदे ने लैवल 3 ते पहुँच जाते हैं। और लैवल 3 सब तो खतरनाक स्टेज है। 1, 2 और 3 जो 1 है वो आइसोलेट किया जाता, ज़्यादातर मरीज 1 के जोड़े घर ही ने। 2 है जोड़ा वो नॉर्मल हस्पतालों के क्योंकि कल्ली ऑक्सीजन तक की जरूरत पैंदी है, मरीज ठीक हो जाता है। लैवल 3 जदों हालत मरीज की खराब हो जाती है, लंग्स से अटैक हो जाता है, नमूनिया हो जाता है, उस वे लैवल 3 ते जाके उसनूं किसी वड्डे हस्पताल दे विच चाहे मैडिकल कॉलेज होण जां कोई वड्डा हस्पताल होवे उत्थे लिजाना पैंदा, तो उदों मौतों का आंकड़ा वधदा। और यही कारण मन्निया जा रहा है कि मौत दर जिहड़ी पंजाब दे विच ज़्यादा है। चाहे तुसीं ये देख लो अगे जिस तरह कहंदे कि बजुर्ग जिहड़े ज़्यादातर शायद मौत का शिकार हो रहे हैं, पर नहीं, हुण तां तुसीं किसी सोशल मीडिया ते तुसीं अगर नज़र मार लोगे तो तुहानूं नौजवानों दीयां तस्वीरां नज़र आउणगीਆਂ, तुहानूं हैरान करने वालियां तस्वीरां नज़र आउणगीਆਂ। इस करके चिंता का कारण है। और साफ तौर पर कल मीटिंग भी हुई है सरपंचों के नाल, मुख्यमंत्री पंजाब कैप्टन अमरिंदर सिंह दी सेहत मंत्री उहदे विच मौजूद सी, और सरपंचों नूं बेनती की गई है
ਕਿ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਧਿਆਨ ਰੱਖਿਆ ਜਾਵੇ, ਟੈਸਟਿੰਗ ਕਰਵਾਈ ਜਾਵੇ ਔਰ ਉਸ ਤੋਂ ਬਾਅਦ ਜਿਹੜੇ ਲੋਕ ਠੀਕ ਨੇ ਉਹਨਾਂ ਨੂੰ ਵੈਕਸੀਨ ਦਿੱਤੀ ਜਾਵੇ। ਕਿਉਂਕਿ ਮੰਨ ਲਓ ਅਗਰ 500 ਦੀ ਆਬਾਦੀ ਹੈ ਉਹ 'ਚ 100 ਬੰਦਾ ਅਫੈਕਟਡ ਹੈ, 400 ਬੰਦਾ ਸਹੀ ਹੈ, 400 ਬੰਦੇ ਨੂੰ ਅਗਰ ਵੈਕਸੀਨ ਦੇ ਦਿੱਤੀ ਜਾਂਦੀ ਹੈ ਤਾਂ ਉਹ ਅੱਜ ਹੋਰ 10-20 ਦਿਨਾਂ ਨੂੰ ਉਹ ਸੇਫ ਹੋਣਾ ਸ਼ੁਰੂ ਹੋ ਜਾਏਗਾ, ਉਹਦੇ ਤੇ ਬਿਮਾਰੀ ਘੱਟ ਅਟੈਕ ਕਰੇਗੀ। ਇਸੇ ਤਰ੍ਹਾਂ ਕੰਟਰੋਲ। ਹਾਲਾਂਕਿ ਸਭ ਤੋਂ ਵੱਡਾ ਚੈਲੰਜ ਇਹ ਵੀ ਹੈ ਕਿ ਵੈਕਸੀਨ ਨਹੀਂ ਮਿਲ ਰਹੀ। ਜੇ ਲੋਕਾਂ ਦੇ ਕੋਲ ਜਾ ਕੇ ਸਰਕਾਰ ਦਾਅਵਾ ਕਰਦੀ ਹੈ ਕਿ ਤੁਸੀਂ ਵੈਕਸੀਨੇਸ਼ਨ ਕਰਵਾਓ ਤਾਂ ਲੋਕ ਕਈ ਕਹਿੰਦੇ ਕਿ ਵੈਕਸੀਨ ਕਰਵਾਉਣ ਦੇ ਲਈ ਤਿਆਰ ਹੈ ਪਰ ਤੁਹਾਨੂੰ ਮਿਲ ਨਹੀਂ ਰਹੀ। ਇਸ ਕਰਕੇ ਚੈਲੰਜ ਇੱਕ ਨਹੀਂ ਹੈ ਨਵਜੋਤ, ਚੈਲੰਜ ਕਈ ਨੇ। ਪਹਿਲਾਂ ਆਕਸੀਜਨ ਦਾ ਚੈਲੰਜ ਖੜਾ ਹੋ ਗਿਆ ਕਿ ਜਿਹੜੇ ਲੈਵਲ 2 ਜਾਂ 3 ਦੇ ਮਰੀਜ਼ ਨੇ ਉਹਨਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀ ਜਾਨ ਚਲੀ ਗਈ। ਪਰ ਹੁਣ ਵੈਕਸੀਨ ਇੱਕ ਵੱਡਾ ਚੈਲੰਜ ਬਣ ਗਿਆ। ਹਾਲਾਂਕਿ ਇਹ ਦਾਅਵਾ ਕੀਤਾ ਜਾ ਰਿਹਾ ਆਪਣੇ ਪੱਧਰ ਤੇ ਸਟੇਟ ਕਹਿੰਦੀ ਹੈ ਜਿਸ ਤਰ੍ਹਾਂ 30 ਲੱਖ ਡੋਜ਼ ਜਿਹੜੀ ਆਪਣੇ ਪੱਧਰ ਤੇ ਸਟੇਟ ਨੇ ਮੰਗਵਾਈ ਸੀ ਉਹ ਵਾਲੇ ਤੱਕ ਉਹਦਾ ਕੋਈ ਥੋ ਪਤਾ ਨਹੀਂ ਹੈ। ਜਿਹੜੇ ਗਲੋਬਲ ਟੈਂਡਰ ਦੀ ਗੱਲ ਹੋ ਰਹੀ ਸੀ, ਗਲੋਬਲ ਟੈਂਡਰ ਦੇ ਵਿੱਚੋਂ ਅਜੇ ਤੱਕ ਸਾਡੇ ਕੋਲੇ ਕੁਝ ਨਹੀਂ ਆਇਆ। ਤਾਂ ਇਸ ਕਰਕੇ ਦੇਰੀ ਹੁੰਦੀ ਜਾ ਰਹੀ ਹੈ ਦਿਨ ਬ ਦਿਨ, ਜਿਵੇਂ ਹਫਤਾ 10 ਦਿਨ ਇੱਕ ਦਿਨ ਵੀ ਲੇਟ ਹੋ ਰਿਹਾ ਤਾਂ ਉਹਦੇ ਨਾਲ ਸਮੱਸਿਆ ਵੱਧ ਰਹੀ ਹੈ जी ठीक है नविंदर, फिलहाल शुक्रिया तमाम जानकारी वास्ते। और जिस तरह तुसी समझाया कि किस तरह लोगों दे विच अवेयरनेस दी भी कमी है पर उस दे नाल जो इंतजाम ने बद इंतजामी भी किते ना किते जरूर एक चैलेंज बनती हुई नजर आ रही है, क्योंकि वैक्सीन दी घाट है और वैक्सीन दी घाट दे करके लोग हुण जो वैक्सीन लगवाना भी चाह रहे ने उन्हां नूं वैक्सीन उपलब्ध नहीं हो पा रही। इस दे नाल खुद मुख मंत्री कैप्टन अमरिंदर सिंह वल्लों एक गल कही गई सी कि इस वेले पिंडां नूं बचाउण दी भी बहुत ज्यादा लोड़ है और पिंड वासियां नूं उन्हें ठीकरे पैरा लाउण दी भी गल कही सी। हालांकि कुछ पिंड वासियां ने इस जो अपील उन्हां वल्लों कीती गई सी इस ते उन्होंने पुख्ता पहरेदारी अपनी कीती भी है। ਹੁਣ ਅੱਗੇ ਵਧਦੇ ਇੱਕ ਵੱਡੀ ਖਬਰ ਦਾ ਰੁਖ ਕਰਦੇ केंद्रीय सेहत मंत्रालय ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਬੱਚਿਆਂ ਤੇ ਵੈਕਸੀਨ ਦਾ ਟ੍ਰਾਇਲ ਛੇਤੀ ਸ਼ੁਰੂ ਹੋ ਜਾਵੇਗਾ। 10 ਤੋਂ ਲੈ ਕੇ 12 ਦਿਨਾਂ ਦੇ ਵਿੱਚ ਇਹ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ। 525 ਬੱਚਿਆਂ ਤੇ ਕੋਵੈਕਸੀਨ ਦਾ ਟ੍ਰਾਇਲ ਕੀਤਾ ਜਾਵੇਗਾ ਔਰ ਹਾਲ ਹੀ ਦੇ ਵਿੱਚ DCGI ਨੇ ਇਸ ਟ੍ਰਾਇਲ ਦੀ ਪ੍ਰਵਾਨਗੀ ਦਿੱਤੀ ਹੈ, ਕਿਉਂਕਿ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਹੈ ਕਿ ਜੋ ਤੀਜੀ ਲਹਿਰ ਆਉਣੀ ਹੈ ਯਾਨੀ ਕਿ ਜੋ ਥਰਡ ਵੇਵ ਹੈ ਉਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਤੇ ਪਵੇਗਾ, ਜਿਸ ਨੂੰ ਲੈ ਕੇ ਪਹਿਲਾਂ ਹੀ ਇੰਤਜ਼ਾਮ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਨੇ। ਤਾਂ ਕੋਰੋਨਾ ਤੇ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਹੁਣ ਬੱਚਿਆਂ ਦੀ ਵੈਕਸੀਨੇਸ਼ਨ ਵਾਸਤੇ ਸ਼ੁਰੂਆਤ ਹੋਵੇਗੀ ਔਰ ਸਭ ਤੋਂ ਪਹਿਲਾਂ ਬੱਚਿਆਂ ਤੇ ਕੋਵੈਕਸੀਨ ਦਾ ਟ੍ਰਾਇਲ ਕੀਤਾ ਜਾਵੇਗਾ। 10 ਤੋਂ 12 ਦਿਨਾਂ ਦੇ ਵਿੱਚ ਇਹ ਟ੍ਰਾਇਲ ਸ਼ੁਰੂ ਹੋ ਜਾਵੇਗਾ। ਖਾਸ ਕਰਕੇ ਪਹਿਲਾਂ 525 ਬੱਚਿਆਂ ਤੇ ਕੋਵੈਕਸੀਨ ਦਾ ਟ੍ਰਾਇਲ ਹੋਵੇਗਾ। ਦੇਖਿਆ ਜਾਵੇਗਾ ਕਿ ਉਹਨਾਂ ਦੀ ਬਾਡੀ ਕਿਸ ਤਰ੍ਹਾਂ ਰਿਐਕਟ ਕਰ ਰਹੀ ਹੈ, ਕਿਸ ਤਰ੍ਹਾਂ ਦੇ ਰਿਜ਼ਲਟ ਨਿਕਲ ਕੇ ਆ ਰਹੇ ਨੇ। ਉਸ ਤੋਂ ਬਾਅਦ ਇਸ ਵੈਕਸੀਨੇਸ਼ਨ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇਗਾ। उधर कोरोना ते केंद्र सरकार दा एक वड्डा बयान सामने आया। देश दे विच कोरोना दे नाल 2% तो भी घट आबादी अजे प्रभावित हुई है। 98% आबादी अजे भी कोरोना दे खतरे दे हेठ है। कोरोना नूं लैके वरतनी होवेगी होर ज्यादा चौकसी। केंद्र सरकार वल्लों यह वड्डा बयान सामने आया है और साफ तौर पर कह दिता गया कि इस वेले कोरोना वायरस जदों कि अपनी सिखरा ते है ते अजे तक जो देश की पूरी आबादी उस दे विचों सिर्फ 2% आबादी ही अजे इसकी चपेट दे विच आई है, यानी कि 98% आबादी अजे वो है जो कि अजे भी कोरोना के खतरे हेठ है। यानी कि किते भी लापरवाही वास्ते कोई जगह छड्डण दा मतलब नहीं बनता और चौकसी वरतण दी गल भी केंद्र सरकार वल्लों और सेहत मंत्रालय वल्लों कीती जा रही है। केंद्र सरकार वल्लों एक बड़ा बयान दिता गया है। खास करके इस वेले जो देश कोरोना की चपेट दे विच है और पूरा 1.5 साल का समा हो चुका है लगातार कोरोना वायरस के खिलाफ जंग विच पूरी दुनिया समूचा संसार लग्या हुआ है, पर उस दौरान एक वड्डा बयान भी केंद्र सरकार वल्लों दिता गया है। खास करके ये गल कही गई है कि देश दे विच जिन्नी आबादी उस दे विचों महज 2% ही अजे इस दे नाल प्रभावित हुई है। 98% अजिहे लोग ने अजे पूरे देश की आबादी दे विच जो अजे भी इस खतरे दे हेठां ने। ਹੁਣ ਅੱਗੇ ਵਧਦੇ ਹਾਂ। ਪੰਜਾਬ ਦੇ ਪਿੰਡਾਂ ਦੇ ਵਿੱਚ ਵਧ ਰਹੇ ਕੋਰੋਨਾ ਗ੍ਰਾਫ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਠੀਕਰੀ ਪਹਿਰੇ ਦੇਣ ਦੀ ਅਪੀਲ ਵੀ ਕੀਤੀ ਗਈ। ਨਾਲ ਹੀ ਕੋਰੋਨਾ ਮੁਕਤ ਪਿੰਡ ਅਭਿਆਨ ਨੂੰ ਪ੍ਰਫੁੱਲਿਤ ਕਰਨ ਦੇ ਲਈ 100% ਵੈਕਸੀਨੇਟਡ ਪਿੰਡਾਂ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਆ ਜਿਹੜੀਆਂ ਗੱਲਾਂ ਨੇ ਨਾ ਕਿ ਜਿਹੜੇ ਆਪਣੇ ਆਪ ਹੀ ਆਪਾਂ ਡਾਕਟਰ ਬਣ ਜਾਂਦੇ ਨੇ, ਤਰਪਤ ਜੀ ਨੂੰ ਦੱਸਿਆ ਆਪਾਂ ਕਿਸੇ ਡਾਕਟਰ ਬਣ ਸਕਦੇ ਹਾਂ। ਅਗਰ ਸਾਨੂੰ ਕੋਈ ਚੀਜ਼ ਹੋਏ, ਕੋਈ ਸਾਡਾ ਸਿਰ ਦਰਦ ਕਰੇ, ਸਾਡਾ ਗਲਾ ਖਰਾਬ ਹੋਏ, ਸਾਨੂੰ ਜ਼ੁਕਾਮ ਹੋਏ, ਸਾਡਾ ਛਾਤੀ ਦੇ ਦਰਦ ਹੈ, ਬਦਨ ਦਰਦ ਹੈ,
ਤਾਂ ਜਾਓ ਆਪਣੇ ਡਾਕਟਰ ਕੋਲ। ਸ਼ਹਿਰਾਂ ਦੇ ਵਿੱਚ ਕਰੋਨਾ ਦਾ ਗ੍ਰਾਫ ਡਿੱਗਿਆ ਤਾਂ ਪਿੰਡਾਂ ਨੇ ਇਸ ਵਾਰ ਟੈਨਸ਼ਨ ਵਧਾ ਦਿੱਤੀ ਹੈ। ਇਸ ਲਈ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਾਨ ਸੰਭਾਲੀ ਅਤੇ ਸਿੱਧੇ ਸਰਪੰਚਾਂ ਦੇ ਨਾਲ ਸੰਵਾਦ ਕੀਤਾ ਹੈ। ਵਰਚੁਅਲ ਮੀਟਿੰਗ ਦੇ ਜ਼ਰੀਏ ਜ਼ਮੀਨੀ ਹਕੀਕਤ ਜਾਣੀ ਅਤੇ ਨਾਲ ਹੀ ਨਸੀਹਤ ਦਿੱਤੀ ਹੈ ਕਿ ਪਿੰਡਾਂ ਦੇ ਅੰਦਰ ਅਜਿਹੀਆਂ ਗਲਤੀਆਂ ਨਾ ਕੀਤੀਆਂ ਜਾਣ ਜਿਸ ਨਾਲ ਕਰੋਨਾ ਨੂੰ ਪੈਰ ਪਸਾਰਨ ਦਾ ਮੌਕਾ ਮਿਲ ਜਾਵੇ। ਪਹਿਲਾਂ ਤਾਂ ਆਪਣੇ ਪਿੰਡਾਂ ਦੇ ਵਿੱਚ ਠੀਕ ਪਹਿਲੇ ਪਿਛਲੀ ਵਾਰ ਕਰਦੇ ਸੀ ਤੁਸੀਂ, ਪਰ ਕਾਬੂ ਹੋ ਗਿਆ ਸੀ ਪਿੰਡਾਂ ਦੇ ਦੱਸੋ ਕਿੰਨੇ ਬਿਮਾਰੀ ਆਈ ਸੀ? ਬਹੁਤ ਘੱਟ ਆਈ ਸੀ। ਹੁਣ ਤੁਸੀਂ ਠੀਕਰੀ ਪਹਿਲੇ ਛੱਡਤੇ, ਲੋਕਾਂ ਨੂੰ ਆਉਣ ਦੇਣਾ। ਜਿਹੜਾ ਕਿਸੇ ਆਪ ਅਗਰ ਕੋਈ ਪਿੰਡ ਵਾਲੇ ਨੂੰ ਬਿਮਾਰੀ ਆ ਉਹਦਾ ਤਾਂ ਇਲਾਜ ਕਰਾਓ। ਅਗਰ ਕੋਈ ਬਾਹਰੋਂ ਆ ਕੇ ਬਿਮਾਰੀ ਨੇ ਉਹਦੇ ਵਿੱਚ ਉਹਨੂੰ ਰੋਕੋ ਔਰ ਕਹੋ ਭਾਈ ਜਦ ਤੱਕ ਤੂੰ ਆਪਣਾ ਠੀਕ ਨਹੀਂ ਕਰਾਏਗਾ ਅਸੀਂ ਤੇਰੇ ਸਾਡੇ ਪਿੰਡ ਵਿੱਚ ਨਹੀਂ ਸੀ ਆਉਣ ਦੇਣਾ, ਸਾਡੇ ਪਿੰਡ ਨੂੰ ਤੇ ਖਰਾਬ ਕਰੋ। ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਤੇ ਟੈਸਟਿੰਗ ਦੀ ਹੌਲੀ ਰਫ਼ਤਾਰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਇਸ ਲਈ ਮੁੱਖ ਮੰਤਰੀ ਨੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਨੂੰ ਇਸ ਦੇ ਲਈ ਜਾਗਰੂਕ ਕਰਨ ਅਤੇ ਨਾਲ ਹੀ ਐਲਾਨ ਵੀ ਕਰ ਦਿੱਤਾ ਹੈ ਕਿ 100% ਵੈਕਸੀਨੇਸ਼ਨ ਵਾਲੇ ਪਿੰਡਾਂ ਨੂੰ ਖਾਸ ਗ੍ਰਾਂਟ ਮਿਲੇਗੀ। ਜਿਹੜਾ ਪਿੰਡ 100% ਵੈਕਸੀਨੇਸ਼ਨ ਕਰੂਗਾ ਹੁਣ ਮੈਂ 10 ਲੱਖ ਦਾ ਗ੍ਰਾਂਟ ਦੇਵਾਂਗਾ ਆਪਣੀ ਡਿਵੈਲਪਮੈਂਟ ਵਾਸਤੇ। ਹੁਣ ਨੋਟ ਕਰ ਲਓ ਜਿੰਨੇ ਤਾਂ ਵੈਕਸੀਨ, ਮੈਨੂੰ ਪਤਾ ਵੈਕਸੀਨੇਸ਼ਨ ਦਾ ਕੋਈ ਡਰ ਹੈ, ਪਰ ਜਦ ਆਓ ਲੱਗ ਜਾਓ ਲਾਈਨਾਂ ਦੇ ਵਿੱਚ ਔਰ ਕਰਾ ਲਓ ਆਪਣੀ ਵੈਕਸੀਨੇਸ਼ਨ ਔਰ ਤੁਹਾਡੀ ਗ੍ਰਾਂਟ ਮੈਂ ਦੇ ਦੂੰਗਾ। ਜੋ ਕੁਝ ਤੁਸੀਂ ਆਪਣੇ ਪਿੰਡ 'ਚ ਕਰਾਉਣਾ ਤੁਸੀਂ ਕਰਾ ਲਓ। ਪੰਜਾਬ ਦੇ ਅੰਦਰ ਕਰੋਨਾ ਦੇ ਜ਼ਿਆਦਾਤਰ ਮਾਮਲੇ ਐਸੇ ਨੇ ਜਿਨ੍ਹਾਂ ਵਿੱਚ ਮਰੀਜ਼ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਸ ਲਈ ਹੈਲਥ ਸਿਸਟਮ ਤੇ ਬੋਝ ਵੱਧ ਰਿਹਾ ਹੈ ਅਤੇ ਖੁਦ ਸੀਐਮ ਨੇ ਅੰਕੜਿਆਂ ਦੇ ਜ਼ਰੀਏ ਹਕੀਕਤ ਬਿਆਨ ਕੀਤੀ ਹੈ, ਜਿਸ ਦੇ ਮੁਤਾਬਕ ਲੈਵਲ 2 ਤੇ ਲੈਵਲ 3 ਦੇ ਅਜਿਹੇ ਮਰੀਜ਼ ਇਸ ਵਕਤ ਹਸਪਤਾਲਾਂ ਦੇ ਵਿੱਚ ਭਰਤੀ ਨੇ ਜਿਨ੍ਹਾਂ ਨੂੰ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਤੱਕ ਦੀ ਜ਼ਰੂਰਤ ਵੱਧ ਰਹੀ ਹੈ। ਯਾਨੀ ਕਰੋਨਾ ਨੂੰ ਮਾਤ ਦੇਣ ਦੇ ਲਈ ਸਰਕਾਰ ਤੇ ਸਿਸਟਮ ਦੇ ਨਾਲ-ਨਾਲ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ ਤਾਂ ਕਿ ਜਲਦ ਬਿਮਾਰੀ ਨੂੰ ਫੜ ਕੇ ਉਸ ਦਾ ਇਲਾਜ ਕੀਤਾ ਜਾ ਸਕੇ। ਬਿਊਰੋ ਰਿਪੋਰਟ ਨਿਊਜ਼ 18। ਉਧਰ ਅਗਲੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਤਾਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਠੀਕਰੀ ਪਹਿਰੇ ਲਾਉਣ ਦੇ ਅਪੀਲ ਕੀਤੀ ਜਾ ਰਹੀ ਹੈ, ਪਰ ਖੁਦ ਇੱਕ ਕਾਂਗਰਸੀ ਵਿਧਾਇਕ ਦੇ ਪਿੰਡ ਵਾਸੀਆਂ ਨੇ ਸੀਐਮ ਦੇ ਹੁਕਮ ਤੋਂ ਕਿਨਾਰਾ ਕਰ ਦਿੱਤਾ ਹੈ, ਯਾਨੀ ਕਿ ਨਕਾਰ ਦਿੱਤਾ ਹੈ। ਪਿੰਡ ਬੰਡਾਲਾ ਦੇ ਵਿੱਚ ਲੋਕ ਠੀਕਰੀ ਪਹਿਰੇ ਨਹੀਂ ਲਾਉਂਦੇ। ਕਾਂਗਰਸੀ ਵਿਧਾਇਕ ਸੁਖਵਿੰਦਰ ਡੈਣੀ ਦਾ ਇਹ ਪਿੰਡ ਹੈ ਜਿੱਥੇ ਕਿ ਲੋਕਾਂ ਨੇ ਵਿਰੋਧ ਕੀਤਾ ਹੈ ਇਸ ਪੂਰੀ ਅਪੀਲ ਦਾ। ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਦੇ ਵਿੱਚ ਲੱਗੀ ਹੋਈ ਹੈ। ਪਿੰਡ ਵਾਸੀਆਂ ਵੱਲੋਂ ਇਹ ਗੱਲ ਕਹੀ ਗਈ, ਪਿੰਡ ਛੱਡੋ ਸ਼ਹਿਰਾਂ ਦੇ ਵਿੱਚ ਵੀ ਵੈਕਸੀਨ ਨਹੀਂ ਹੈ। ਪਿੰਡ ਵਾਲਿਆਂ ਵੱਲੋਂ ਇਹ ਗੱਲ ਕਹੀ ਗਈ ਔਰ ਸਰਕਾਰ ਨੇ ਠੀਕਰੀ ਪਹਿਰੇ ਲਾਉਣ ਦੀ ਹਿਦਾਇਤ ਦਿੱਤੀ ਹੈ। ਤਾਂ ਠੀਕਰੀ ਪਹਿਰੇ ਲਾਉਣ ਦੀ ਗੱਲ ਤਾਂ ਆਖੀ ਗਈ ਹੈ, ਪਰ ਅੰਮ੍ਰਿਤਸਰ ਦੇ ਬੰਡਾਲਾ ਪਿੰਡ ਦੇ ਵਿੱਚ ਖਾਸ ਕਰਕੇ ਲੋਕ ਇਸ ਵੇਲੇ ਵਿਰੋਧ ਦੇ ਵਿੱਚ ਨੇ ਕਿਉਂਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਆਪਣੀ ਨਾਕਾਮੀ ਛੁਪਾਉਣ ਵਾਸਤੇ ਉਹਨਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ ਕਰ ਰਹੀ ਹੈ। ਔਰ ਕਾਂਗਰਸੀ ਵਿਧਾਇਕ ਸੁਖਵਿੰਦਰ ਡੈਣੀ ਦਾ ਇਹ ਪਿੰਡ ਹੈ ਜਿੱਥੇ ਕਿ ਲੋਕ ਬਿਲਕੁਲ ਵੀ ਪ੍ਰਸ਼ਾਸਨ ਦੀ ਔਰ ਖਾਸ ਕਰਕੇ ਪੰਜਾਬ ਸਰਕਾਰ ਦੀ ਅਪੀਲ ਨਹੀਂ ਮੰਨ ਰਹੇ। ਪਿੰਡ ਛੱਡੋ ਸ਼ਹਿਰਾਂ ਦੇ ਵਿੱਚ ਵੀ ਵੈਕਸੀਨ ਨਹੀਂ ਹੈ। ਪਿੰਡ ਵਾਲਿਆਂ ਵੱਲੋਂ ਸਾਫ਼ ਠੋਕ ਕੇ ਗੱਲ ਕਹਿ ਦਿੱਤੀ ਗਈ ਔਰ ਕਹਿ ਦਿੱਤਾ ਗਿਆ ਹੈ ਕਿ ਉਹ ਠੀਕਰੀ ਪਹਿਰੇ ਨਹੀਂ ਲਾਉਣਗੇ। ਸੁੱਤੇ ਸੱਤੇ ਕਹਿ ਦਿੰਦੇ ਆ ਵੀ ਪਿੰਡਾਂ 'ਚ ਕਰੋਨਾ ਦਾ ਕਹਿਰ ਬਹੁਤ ਜ਼ਿਆਦਾ ਵਾ ਤੇ ਜੋ ਠੀਕਰੀ ਪਹਿਰਾ ਕੀ ਉਹ ਕਰੋਨਾ ਨੂੰ ਰੋਕ ਲਊਗਾ। ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਨਾਕਾਮੀ ਆ ਇਹ। ਜੋ ਸਿਹਤ ਸੇਵਾਵਾਂ ਲੋਕਾਂ ਨੂੰ ਚਾਹੀਦੀਆਂ ਉਹ ਪੰਜਾਬ ਸਰਕਾਰ ਲੋਕਾਂ ਨੂੰ ਮੁਹੱਈਆ ਨਹੀਂ ਕਰਵਾ ਸਕੀ। ਇਸ ਤੋਂ ਗਾ ਸਾਡੀਆਂ ਸਿਹਤ ਸੇਵਾਵਾਂ ਦਾ ਬਹੁਤ ਮੰਦਾ ਹਾਲ ਆ। ਕਿਤੇ ਹਸਪਤਾਲ ਹੈਗਾ ਉੱਥੇ ਡਾਕਟਰ ਨਹੀਂ ਹੈਗਾ, ਜਿੱਥੇ ਡਾਕਟਰ ਹੈਗਾ ਉੱਥੇ ਬਿਲਡਿੰਗ ਨਹੀਂ ਹੈਗੀ। ਜੋ ਵੀ ਉੱਥੇ ਸਮਾਨ ਸਰਕਾਰ ਨੂੰ ਪ੍ਰੋਵਾਈਡ ਕਰਾਉਣਾ ਚਾਹੀਦਾ ਸਰਕਾਰਾਂ ਪ੍ਰੋਵਾਈਡ ਨਹੀਂ ਕਰਵਾ ਸਕੀਆਂ। ਤੇ ਲਾਓ ਆਪਣੇ ਕਰੋਨਾ ਮਹਾਮਾਰੀ ਆਏ ਨੂੰ ਅੱਜ ਤੋਂ ਸਾਲ ਦਾ ਵਾਧਾ ਟਾਈਮ ਹੋ ਗਿਆ। ਦੱਸੋ ਨਾ ਇਹਨੂੰ ਰੋਕਣ ਦੇ ਵਾਸਤੇ ਕੀਤਾ ਕੀ ਆ? ਜੀ ਮੌਤਾਂ ਦਾ ਅੰਕੜਾ ਲੋਕਾਂ ਕਰਕੇ ਨਹੀਂ ਸਰਕਾਰ ਕਰਕੇ ਵੱਧ ਰਿਹਾ। ਨਾ ਇਹਨਾਂ ਕੋਲ ਦਵਾਈ ਹੈਗੀ ਆ, ਨਾ ਇਹਨਾਂ ਕੋਲ ਭਾਜੀ ਕੋਈ ਪ੍ਰਬੰਧ ਹੈ। ਆਕਸੀਜਨ ਜਿਹੜੀ ਦੇਖੋ ਕਿੱਡੀ ਸ਼ਰਮ ਦੀ ਗੱਲ ਆ ਵੀ ਸਾਨੂੰ ਬਾਹਰ ਦੇ ਦੇਸ਼ਾਂ ਤੋਂ ਮੰਗਾਉਣੀ ਪਵੇ। ਕਿੱਡੀ ਕੀ ਵੱਡੀ ਚੀਜ਼ ਹੈਗੀ ਆਕਸੀਜਨ। ਤਾਂ ਹੁਣ ਸਿੱਧੇ ਰੁਖ ਕਰਦੇ ਅੰਮ੍ਰਿਤਸਰ ਦਾ ਜਿੱਥੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਜੁੜੇ ਹੋਏ ਨੇ। ਰਾਜੀਵ, ਤੁਸੀਂ ਪਿੰਡ ਵਾਸੀਆਂ ਦੇ ਨਾਲ ਗੱਲ ਕੀਤੀ। ਬੰਡਾਲਾ ਪਿੰਡ ਦੇ ਲੋਕ ਜੋ ਕਿ ਬਿਲਕੁਲ ਵੀ ਹੱਕ ਵਿੱਚ ਨਜ਼ਰ ਨਹੀਂ ਆ ਰਹੇ ਔਰ ਸਰਕਾਰ ਦੀ ਨਾਕਾਮੀਆਂ ਦਾ ਸਾਫ਼ ਤੌਰ ਤੇ ਇਹਨਾਂ ਵੱਲੋਂ ਝੰਡਾ ਚੁੱਕਿਆ ਜਾ ਰਿਹਾ ਹੈ। ਕੀ ਕੁਝ ਜਾਣਕਾਰੀ ਤੁਹਾਡੇ ਕੋਲ? ਆਖਿਰ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਕੀ ਕੁਝ ਹਾਲਾਤ ਨੇ ਔਰ ਖਾਸ ਕਰਕੇ ਠੀਕਰੀ ਪਹਿਰਿਆਂ ਨੂੰ ਲੈ ਕੇ ਲੋਕਾਂ ਦੀ ਕੀ ਕੁਝ ਰਾਏ ਹੈ? ਜੀ ਬਿਲਕੁਲ ਨਵਜੋਤ, ਮੈਂ ਇਸ ਵੇਲੇ ਜੰਡਿਆਲਾ ਗੁਰੂ ਹਲਕੇ ਤੋਂ ਜੋ ਵਿਧਾਇਕ ਨੇ ਸੁਖਵਿੰਦਰ ਸਿੰਘ ਡੈਣੀ ਉਹਨਾਂ ਦਾ ਪਿੰਡ ਹੈ ਬੰਡਾਲਾ, ਉੱਥੇ ਮੌਜੂਦ ਆ। ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਬਾਜ਼ਾਰ ਜਿਹੜੇ ਨੇ ਉਹ ਖੁੱਲੇ ਨੇ ਪਹਿਲਾਂ ਵਾਂਗ ਹੀ ਔਰ ਲੋਕਾਂ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਕਿ ਅਸੀਂ ਕੋਈ ਠੀਕਰੀ ਪਹਿਰਾ ਜਿਹੜਾ ਉਹ ਨਹੀਂ ਲਗਾਵਾਂਗੇ। ਤਾਂ ਸਿਰਫ ਇਸ ਪਿੰਡ ਦੀ ਗੱਲ ਨਹੀਂ ਹੈ ਬਲਕਿ ਮਾਝੇ ਦੇ ਹੋਰ ਪਿੰਡਾਂ ਦੇ ਵਿੱਚ ਵੀ ਲੋਕਾਂ ਵੱਲੋਂ ਇਨਕਾਰ ਕੀਤਾ ਗਿਆ। ਹਾਲਾਂਕਿ ਜਿੱਥੋਂ ਤੱਕ ਇਹ ਐਲਾਨ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਕਿ
100% ਜੇਕਰ ਵੈਕਸੀਨੇਸ਼ਨ ਕਰਵਾਈ ਜਾਏਗੀ ਤਾਂ ਉਸ ਪਿੰਡ ਦੇ ਸਰਪੰਚ ਨੂੰ 10 ਲੱਖ ਦੀ ਗ੍ਰਾਂਟ ਦਿੱਤੀ ਜਾਏਗੀ। ਤਾਂ ਲੋਕਾਂ ਨੇ ਸਵਾਲ ਇਹ ਖੜਾ ਕੀਤਾ ਹੈ ਕਿ ਵੈਕਸੀਨ ਜੇਕਰ ਪਿੰਡਾਂ ਦੇ ਵਿੱਚ ਪਹੁੰਚੇਗੀ ਨਹੀਂ ਤਾਂ ਲੋਕ ਕਿਸ ਤਰੀਕੇ ਦੇ ਨਾਲ ਵੈਕਸੀਨੇਸ਼ਨ ਲਗਵਾਉਣਗੇ। ਮੇਰੇ ਨਾਲ ਕੁਝ ਲੋਕ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੋ ਮੁੱਖ ਮੰਤਰੀ ਸਾਹਿਬ ਵੱਲੋਂ ਅਪੀਲ ਕੀਤੀ ਗਈ ਇੱਥੇ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਬਾਜ਼ਾਰ ਵੀ ਖੁੱਲ੍ਹੇ ਨੇ, ਲੋਕ ਆਪਣੇ ਆਪਣੇ ਕੰਮਾਂ ਕਾਰਾਂ ਤੇ ਆ ਜਾ ਰਹੇ ਨੇ। ਤਾਂ ਮੁੱਖ ਮੰਤਰੀ ਦੀ ਜਿਹੜੀ ਚਿੰਤਾ ਉਸ ਨੂੰ ਕੀ ਸਮਝਿਆ ਜਾਵੇ, ਪਿੰਡਾਂ ਵਾਲੇ ਕੀ ਸਮਝਦੇ ਨੇ? ਅਸਲ ਦੇ ਵਿੱਚ ਜੋ ਮੁੱਖ ਮੰਤਰੀ ਚਿੰਤਾ ਜ਼ਾਹਰ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਸਰਪੰਚਾਂ ਨੂੰ ਕਿਹਾ ਜਾ ਰਿਹਾ ਕਿ ਠੀਕਰੀ ਪੈਰੇ ਲਗਾਓ। ਅਸਲ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਦੀ ਚਿੰਤਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਦੀ ਨਾਕਾਮੀ ਆ ਇਹ ਕਿ ਜਿਹੜਾ ਠੀਕਰੀ ਪਹਿਰਾ ਵਾ ਇਹ ਆਪਣੇ ਕਰੋਨਾ ਮਹਾਮਾਰੀ ਦਾ ਕੋਈ ਹੱਲ ਨਹੀਂ ਹੈਗਾ। ਅਸਲ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਨਾਕਾਮੀ ਆ ਕਿ ਜੋ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਾਉਣੀਆਂ ਨਹੀਂ ਕਰਵਾ ਸਕੀ ਤੇ ਕਰੋਨਾ ਦੇ ਵਾਸਤੇ ਜੋ ਪ੍ਰਬੰਧ ਕਰਨੇ ਚਾਹੀਦੇ ਸੀਗੇ ਕੋਈ ਪ੍ਰਬੰਧ ਨਹੀਂ ਕੀਤਾ। ਜਿੱਥੇ ਹਸਪਤਾਲ ਆ ਉੱਥੇ ਡਾਕਟਰ ਕੋਈ ਨਹੀਂ, ਜਿੱਥੇ ਕੋਈ ਡਾਕਟਰ ਆ ਉੱਥੇ ਇਹੋ ਜਿਹਾ ਕੋਈ ਆਪਣੇ ਸਮਾਨ ਨਹੀਂ ਮੁਹੱਈਆ ਕਰਵਾ ਸਕੇ, ਵੈਕਸੀਨ ਨਹੀਂ ਮੁਹੱਈਆ ਕਰਵਾ ਸਕੇ। ਅਸਲ ਦੇ ਇਹ ਸਰਕਾਰ ਦੀ ਫੇਲਿਅਰ ਆ, ਨਾਕਾਮੀ। ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਿਹਾ ਕਿ ਵੈਕਸੀਨੇਸ਼ਨ ਜੇ 100% ਦੀ ਹੁੰਦੀ ਤਾਂ ਉਸ ਪਿੰਡ ਦੇ ਸਰਪੰਚ ਨੂੰ 10 ਲੱਖ ਰੁਪਈਆ ਗ੍ਰਾਂਟ ਦਿੱਤੀ ਜਾਏਗੀ, ਉਹ ਜਿੱਥੇ ਮਰਜ਼ੀ ਖਰਚ ਕਰ ਸਕਦਾ। ਵੇਖੋ ਜਿਹੜੀ ਵੈਕਸੀਨੇਸ਼ਨ ਦੀ ਗੱਲ ਕਰਦੇ ਆ, ਜੇ ਵੈਕਸੀਨੇਸ਼ਨ ਹੈ ਹੀ ਨਹੀਂ ਤੇ ਉਹ ਲੋਕਾਂ ਨੂੰ ਲੱਗੂ ਨਹੀਂ। ਜਦੋਂ ਸਰਕਾਰ ਦੇ ਪੱਲੇ ਹੀ ਕੁਝ ਨਹੀਂ ਹੈਗਾ, ਵੈਕਸੀਨੇਸ਼ਨ ਨਹੀਂ ਹੈਗਾ, ਆਕਸੀਜਨ ਨਹੀਂ ਹੈਗੀ, ਜੇ ਵੈਕਸੀਨੇਸ਼ਨ ਆਊਗੀ ਤੇ ਲੋਕਾਂ ਨੂੰ ਲੱਗੂਗੀ। ਕਿੱਥੇ ਦੇ ਦਿਓ ਹਾਲੀ ਤੇ ਇਹ ਪਿੰਡ ਦੇ ਵਿੱਚ ਮੇਰਾ ਖਿਆਲ ਆ 10% ਲੋਕਾਂ ਨੂੰ ਵੀ ਨਹੀਂ ਲੱਗੀ ਹੋਣੀ। ਮੈਂ ਆਪ ਖੁਦ ਜਾ ਕੇ ਕਈ ਵਾਰ ਡਾਕਟਰ ਕੋਲ ਨਾਲ ਸੰਪਰਕ ਕੀਤਾ, ਮੈਂ 4 ਵਾਰ ਡਾਕਟਰ ਡਿਸਪੈਂਸਰੀ ਦੇ ਵਿੱਚ ਗਿਆ। ਡਾਕਟਰ ਨੇ ਮੈਨੂੰ ਆਖਿਆ ਵੀ ਨਹੀਂ ਹਾਲੀ ਸਾਡੇ ਕੋਲ ਵੈਕਸੀਨੇਸ਼ਨ ਨਹੀਂ ਹੈਗੀ, ਹਾਲੀ ਮਾਨਾਂ ਵਾਲੇ ਵੀ ਨਹੀਂ ਆਈ, ਕਿਤੇ ਵੀ ਨਹੀਂ ਆਈ। ਸੋ ਜਿਹੜੇ ਤੇਰੇ ਵੈਕਸੀਨੇਸ਼ਨ ਨਹੀਂ ਆਉਂਦੀ 10 ਲੱਖ ਰੁਪਏ ਦੀ ਗ੍ਰਾਂਟ ਦੀ ਕਿਹਨੂੰ ਗੱਲ ਕਰਦੇ? ਇਹ ਤਾਂ ਇੱਕ ਬਹਾਨਾ ਵਾ ਉਹਦਾ ਵੀ ਨਾ ਕੋਈ ਦੇਣਾ ਨਾ ਲੈਣਾ। ਹੁਣ ਇੱਥੇ ਸਵਾਲ ਇਹ ਹੈ ਕਿ ਜਿਹੜੀ ਠੀਕਰੀ ਪਹਿਰੇ ਦੀ ਗੱਲ ਕਹੀ ਜਾ ਰਹੀ ਹੈ, ਤੁਸੀਂ ਉਹਦਾ ਸਮਰਥਨ ਕਰੋਗੇ? ਤੁਸੀਂ ਆਪਣੇ ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲਗਾਓਗੇ? ਅਸੀਂ ਠੀਕਰੀ ਪਹਿਰੇ ਦਾ ਵਿਰੋਧ ਕਰਦੇ ਹਾਂ ਕਿਉਂਕਿ ਲੋਕ ਤੇ ਅੱਗੇ ਭੁੱਖ ਮਰੀ ਦੇ ਨਾਲ, ਕਰੋਨਾ ਦੇ ਨਾਲ ਕੋਈ ਨਹੀਂ ਮਰਨ ਡਿਆ, ਭੁੱਖ ਮਰੀ ਦੇ ਨਾਲ ਲੋਕਾਂ ਨੇ ਮਰ ਜਾਣਾ। ਕੋਈ ਰੇਹੜੀ ਫੜੀ ਨਹੀਂ ਬਾਹਰ ਲੱਗਣ ਡਈ, ਸਬਜ਼ੀ ਵਾਲਾ ਮੰਡੀਆਂ ਸਬਜ਼ੀ ਲਿਆਉਂਦਾ ਉਹਦੀ ਪਿੰਡ ਜਾ ਕੇ ਵਿਕਦੀ ਨਹੀਂ ਗਈ। ਲੋਕ ਇਸ ਕਰਕੇ ਉਹਨੂੰ ਕੋਈ ਲੈਣ ਨਹੀਂ ਡਿਆ ਵੀ ਸਾਨੂੰ ਕਰੋਨਾ ਨਾ ਹੋ ਜੇ, ਉਹ ਵੀ ਮਰ ਗਿਆ। ਲੋਕ ਅੰਦਰ ਬੈਠੇ ਭੁੱਖ ਨਾ ਮਰਨ ਡਿਆ, ਕਿਸੇ ਨੂੰ ਕੋਈ ਰੁਪਈਆ ਨਹੀਂ ਦੇਣ ਡਿਆ। ਜੇ ਬਾਹਰਲੇ ਦੇਸ਼ਾਂ ਦੀ ਇਹ ਗੱਲ ਕਰਦੇ ਆ, ਲਾਕਡਾਊਨ ਲੱਗੇ ਲੋਕਾਂ ਦੇ ਖਾਤਿਆਂ 'ਚ ਪੈਸੇ ਆਏ ਆ, ਸਾਡੇ ਖਾਤਿਆਂ 'ਚ ਪੈਸੇ ਕੱਢੇ ਗਏ ਆ। ਹੁਣ ਵੇਖੋ 50 ਲੱਖ ਰੁਪਈਆ ਲਾ ਕੇ ਮੈਂ ਜਿਮ ਬਣਾਈ, ਉਹ ਸਾਰਾ 50 ਲੱਖ ਮੈਂ ਲੋਨ ਲਿਆ, ਸਾਲ ਹੋ ਗਿਆ ਮੇਰੀ ਜਿਮ ਬੰਦ ਨੂੰ। ਉਹ ਜਿਹੜੀਆਂ ਕਿਸ਼ਤਾਂ ਮੇਰੀਆਂ ਟੁੱਟ ਗਈਆਂ, ਭਾਣ ਕੋਈ ਕਿਸ਼ਤਾਂ ਨਹੀਂ ਤਰ ਰਹੀਆਂ, ਬੈਂਕ ਵਾਲੇ ਮੇਰੇ ਘਰ ਆਉਣਗੇ ਤੇ ਮੈਂ ਫਿਰ ਖੁਦਕੁਸ਼ੀ ਕਰੂੰਗਾ। ਮੈਨੂੰ ਇਹ ਲੋਕਡਾਊਨ ਦੇ ਵਿੱਚ ਇੰਨਾ ਘਾਟਾ ਪਿਆ ਜੀ, ਮੈਂ ਇੱਕ ਦਿਨ ਵੀ ਉੱਥੇ ਜਿਮ 'ਚ ਖੋਲ ਕੇ ਨਹੀਂ ਵੇਖਿਆ। ਤੁਸੀਂ ਇਸ ਖਬਰ ਤੇ ਅੱਗੇ ਵੀ ਤੁਹਾਨੂੰ ਅਪਡੇਟ ਲੈਂਦੇ ਰਹਾਂਗੇ। ਤਾਂ ਪਿੰਡ ਬੰਡਾਲਾ ਦੇ ਪਿੰਡ ਵਾਸੀਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਠੀਕਰੀ ਪਹਿਰੇ ਨਹੀਂ ਲਾਵਾਂਗੇ, ਅਸੀਂ ਇਸ ਦੇ ਸਮਰਥਨ ਦੇ ਵਿੱਚ ਨਹੀਂ, ਔਰ ਇਸ ਦੇ ਨਾਲ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਇਹ ਪਿੰਡ ਵਾਸੀ ਬੋਲਦੇ ਹੋਏ ਨਜ਼ਰ ਆ ਰਹੇ ਨੇ। ਤਾਂ ਠੀਕਰੀ ਪਹਿਰਿਆਂ ਨੂੰ ਲੈ ਕੇ ਵੱਖੋ-ਵੱਖ ਰਾਏ ਵੀ ਪਿੰਡ ਵਾਸੀਆਂ ਦੇ ਸਾਹਮਣੇ ਦੇਖਣ ਨੂੰ ਮਿਲੀ ਹੈ। ਪਿੰਡ ਬੰਡਾਲਾ ਦੇ ਵਿੱਚ ਲੋਕ ਠੀਕਰੀ ਪਹਿਰੇ ਲਾਉਣ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੇ। ਉਧਰ ਕਾਂਗਰਸੀ ਵਿਧਾਇਕ ਸੁਖਵਿੰਦਰ ਡੈਣੀ ਦਾ ਪਿੰਡ ਹੈ ਔਰ ਰੋਪੜ ਦੇ ਪਿੰਡ ਆਲਮਪੁਰ ਦੇ ਵਿੱਚ ਠੀਕਰੀ ਪਹਿਰਾ ਲਗਾਇਆ ਜਾ ਰਿਹਾ ਹੈ। ਪਿੰਡ ਦੀਆਂ ਐਂਟਰੀਆਂ ਤੇ ਰੋਕ ਕੇ ਨਾਕੇ ਲਗਾਏ ਗਏ ਨੇ। ਸਰਕਾਰ ਨੇ ਠੀਕਰੀ ਪਹਿਰੇ ਲਾਉਣ ਦੀ ਹਦਾਇਤਾਂ ਦਿੱਤੀਆਂ ਨੇ। ਤਾਂ ਵੱਖੋ-ਵੱਖ ਆਪਣੀ ਰਾਏ ਦੇ ਵਿੱਚ ਪਿੰਡ ਵਾਸੀ ਨੇ ਕਿਤੇ ਠੀਕਰੀ ਪਹਿਰਿਆਂ ਦਾ ਵਿਰੋਧ ਕੀਤਾ ਜਾ ਰਿਹਾ, ਹਾਲਾਂਕਿ ਕਿਤੇ ਠੀਕਰੀ ਪਹਿਰੇ ਲਗਾਏ ਵੀ ਜਾ ਰਹੇ ਨੇ। ਪਿੰਡ ਬੰਡਾਲਾ ਦੇ ਵਿੱਚ ਜੋ ਕਿ ਜੰਡਿਆਲਾ ਗੁਰੂ ਦੇ ਵਿੱਚ ਮੌਜੂਦ ਹੈ, ਉੱਥੇ ਠੀਕਰੀ ਪਹਿਰੇ ਦੇ ਹੱਕ ਦੇ ਵਿੱਚ ਲੋਕ ਨਜ਼ਰ ਨਹੀਂ ਆ ਰਹੇ, ਪਰ ਕਿਤੇ ਨਾ ਕਿਤੇ ਰੋਪੜ ਦੇ ਆਲਮਪੁਰ ਪਿੰਡ ਦੇ ਵਿੱਚ ਠੀਕਰੀ ਪਹਿਰੇ ਲਾਏ ਜਾ ਰਹੇ ਨੇ ਔਰ ਜੋ ਕੋਈ ਵੀ ਬਾਹਰੋਂ ਅੰਦਰੋਂ ਆਉਂਦਾ ਹੈ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਸਾਫ਼ ਤੌਰ ਤੇ ਜੋ ਕਿ ਪਿੰਡ ਵਾਸੀ ਹੀ ਨੇ ਉਹਨਾਂ ਵੱਲੋਂ ਇਹ ਠੀਕਰੀ ਪਹਿਰੇ ਲਾਏ ਜਾ ਰਹੇ ਨੇ। ਤਾਂ ਉਧਰ ਕੋਵਿਡ ਜੰਗ ਦੇ ਲਈ ਤਿਆਰੀਆਂ ਨੂੰ ਲੈ ਕੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਮਜੀਠੀਆ ਨੇ ਸਵਾਲ ਚੁੱਕੇ ਨੇ ਕਿ ਸਰਕਾਰ ਨੇ ਸਮਾਂ ਰਹਿੰਦਿਆਂ ਕਿਉਂ ਨਹੀਂ ਤਿਆਰੀਆਂ ਕੀਤੀਆਂ। ਤਾਂ ਉਧਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਬਦ ਇੰਤਜ਼ਾਮੀ ਦੇ ਇਲਜ਼ਾਮ ਲਗਾਏ ਨੇ। ਅਸੀਂ ਸੈਕੰਡ ਵੇਵ ਆ ਰਹੀ ਹੈ, ਜੇ ਕੇਰਲਾ ਤਿਆਰੀ ਕਰ ਸਕਦਾ ਸੀ, ਜੇ ਬੰਬੇ 'ਚ 80,000 90,000 ਕੇਸਿਸ ਇੱਕ ਦਿਨ ਦੇ ਹੋ ਗਏ ਸੀ, ਜੇ ਉਹ ਘਟਾ ਕੇ ਅੱਜ ਮੈਨੂੰ ਲੱਗਦਾ 1600 ਤੇ ਲਿਆ ਸਕਦੇ ਆ, ਤੇ ਸਾਡੀ ਆ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਆ? ਕਿਹੜੀ ਤਿਆਰੀ ਕੀਤੀ? ਆ ਕਹਿ ਰਹੇ ਹੁਣ ਥਰਡ ਵੇਵ ਆਉਣੀ ਆ ਜਿਸ 'ਚ ਬੱਚਿਆਂ ਨੂੰ ਬੜੀ ਮਾਰ ਪੈਣੀ, ਉਹਦੇ ਲਈ ਕੀ ਤਿਆਰੀ ਹੋ ਰਹੀ ਹੈ? ਜ਼ੀਰੋ, ਮਤਲਬ ਪ੍ਰੀਪੇਅਰਡਨੈਸ। ਕੱਲਾ
ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮਾਫੀ ਮੰਗੋ ਵੀ ਭਾਈ ਮੇਰੀ ਨਾਕਾਮੀ ਕਰਕੇ ਕਰੋਨਾ ਨਾਲ ਇੰਨੀਆਂ ਜਾਨਾਂ ਜਾ ਰਹੀਆਂ, ਪਿੰਡਾਂ ਤੱਕ ਕਰੋਨਾ ਪਹੁੰਚ ਗਿਆ ਔਰ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਆਕਸੀਜਨ ਦਾ ਸਮੇਂ ਤੇ ਇੰਤਜ਼ਾਮ ਨਹੀਂ ਹੋਇਆ, ਵੈਂਟੀਲੇਟਰ ਦਾ ਇੰਤਜ਼ਾਮ ਨਹੀਂ ਹੋਇਆ, ਕੇਂਦਰ ਤੋਂ ਆਏ ਹੋਏ ਵੈਂਟੀਲੇਟਰ ਵੀ ਇਹ ਯੂਜ਼ ਨਹੀਂ ਕਰ ਸਕੇ। ਇਹਦੇ ਲਈ ਸਭ ਤੋਂ ਪਹਿਲਾਂ ਮਾਫੀ ਮੰਗਣ ਮੁੱਖ ਮੰਤਰੀ ਸਾਹਿਬ ਸਾਡੇ ਪਿੰਡਾਂ ਵਾਲਿਆਂ ਤੋਂ, ਤੇ ਉਸ ਤੋਂ ਬਾਅਦ ਫਿਰ ਆਪਦੀ ਕੋਈ ਗੱਲ ਕਰਨ। ਤੇ ਇਧਰ ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ ਤਾਂ ਉਧਰ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਲਟਵਾਰ ਕੀਤਾ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਧ ਰਹੇ ਕਰੋਨਾ ਦੇ ਗ੍ਰਾਫ ਦੇ ਲਈ ਅਕਾਲੀ ਦਲ ਦੀਆਂ ਰੈਲੀਆਂ ਜ਼ਿੰਮੇਵਾਰ ਨੇ। मैं तो सभी पार्टियों को अपील करना चाहता हूँ कि कुछ लोगों ने पिछले महीने में हमारे पंजाब में बहुत स्प्रेड किया है, वो खुद तो उन्होंने ट्रंप वाली दवाई लगवा ली थी, लेकिन बाकी जो सामने वाले वर्कर बैठे थे उनका क्या हाल था, चाहे वो हल्का अजनाला हो, चाहे वो जलालाबाद हो, चाहे कोई और हल्के हो, जहाँ जाके वो अपने कैंडिडेट अनाउंस कर रहे थे, हज़ारों लोगों को वहाँ बीमार कर रहे थे। आज उसी कारण हम ये पूरा झेल रहे हैं कि भी पंजाब में जो स्प्रेड हुआ है। ਤਾਂ ਇੱਕ ਪਾਸੇ ਕਰੋਨਾ ਵਾਇਰਸ ਦਾ ਕਹਿਰ ਹੈ ਤੇ ਦੂਜੇ ਪਾਸੇ ਵੈਕਸੀਨ ਦੀ ਘਾਟ ਦੇ ਨਾਲ ਕਈ ਸੂਬੇ ਜੂਝ ਰਹੇ ਨੇ। ਪੰਜਾਬ ਦੇ ਵਿੱਚ ਵੈਕਸੀਨ ਦੀ ਘਾਟ ਹੈ, ਜਿਸ ਕਰਕੇ ਵੈਕਸੀਨ ਲਾਉਣ ਵਾਲੇ ਕਈ ਕੇਂਦਰ ਬੰਦ ਪਏ ਨੇ। ਪਿਛਲੇ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਵੈਕਸੀਨ ਦੀਆਂ 3 ਲੱਖ ਤੋਂ ਵੀ ਘੱਟ ਡੋਜ਼ ਲੱਗੀਆਂ ਨੇ। ਇਸ ਲਈ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰ ਪੰਜਾਬ ਨੂੰ ਪੂਰੀ ਵੈਕਸੀਨ ਨਹੀਂ ਦੇ ਪਾ ਰਿਹਾ, ਜਿਸ ਕਰਕੇ ਟੀਕਾਕਰਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਨੇ ਪੋਸਟਰਾਂ ਦੇ ਜ਼ਰੀਏ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਦਰਜ ਕਰਵਾਇਆ, ਪਰ ਇਹ ਸਾਰੀ ਸਿਆਸਤ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਤਰਨਤਾਰਨ ਤੇ ਨਾਭਾ ਦੇ ਵਿੱਚ ਵੈਕਸੀਨ ਲਵਾਉਣ ਆਏ ਲੋਕਾਂ ਨੂੰ ਖਾਲੀ ਹੱਥ ਮੁੜਨਾ ਪਿਆ, ਕਿਉਂਕਿ ਵੈਕਸੀਨ ਸੈਂਟਰਾਂ 'ਚੋਂ ਦਵਾਈ ਖਤਮ ਹੋ ਚੁੱਕੀ ਸੀ। ਤਾਂ 5 ਵੱਖ-ਵੱਖ ਜ਼ਿਲ੍ਹਿਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ, 5 ਵੱਖ-ਵੱਖ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੈਕਸੀਨ ਦੀ ਘਾਟ ਦੇ ਕਰਕੇ ਕਿਤੇ ਰੋਸ ਪ੍ਰਦਰਸ਼ਨ ਹੋ ਰਿਹਾ ਹੈ, ਕਿਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਵੈਕਸੀਨ ਦੀ ਇਸ ਘਾਟ ਨੂੰ ਲੈ ਕੇ ਪੰਜਾਬ ਵੱਲੋਂ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਸਿਹਤ ਮੰਤਰੀ ਬਲਬੀਰ ਸਿੱਧੂ ਬੋਲਦੇ ਹੋਏ ਨਜ਼ਰ ਆਏ ਕਿ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜਣ ਤੋਂ ਪਹਿਲਾਂ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਲਈ ਵੈਕਸੀਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਗਲੋਬਲ ਇਮੇਜ ਵੱਲ ਧਿਆਨ ਵੱਧ ਦੇ ਰਹੀ ਹੈ ਕੇਂਦਰ ਸਰਕਾਰ, ਆਪਣੇ ਦੇਸ਼ ਵੱਲ ਘੱਟ ਧਿਆਨ ਦਿੱਤਾ ਜਾ ਰਿਹਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ। ਸਿਹਤ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਵੈਕਸੀਨ ਤੇ ਆਕਸੀਜਨ ਦੀ ਸਪਲਾਈ ਜਲਦ ਹੋਵੇ। पंजाब के लोगों को इसकी बेहद लोड़ है। हमारे जो प्रधानमंत्री साहब हैं उनको ये चाहिए था पहले अपना घर संभाले, उसके बाद दूसरे की बात करें, लेकिन उनको ये वेट करनी चाहिए थी, अपने कंट्री को पहले बचाना चाहिए था, उसके बाद दूसरे के बारे में सोचना चाहिए था। ठीक है, वो इंसानियत तो एज ए ह्यूमन बीइंग हमको उनकी मदद करनी चाहिए, लेकिन मैं ये कहना चाहता हूँ कि पहले अपना घर ठीक करें, उसके बाद दूसरे को बात। ਤੇ ਉਧਰ ਵੈਕਸੀਨ ਦੀ ਘਾਟ ਤੇ ਸਿਰਮ ਇੰਸਟੀਚਿਊਟ ਵੱਲੋਂ ਵੀ ਸਫਾਈ ਦਿੱਤੀ ਗਈ ਹੈ। ਸਿਰਮ ਦੇ CEO ਆਧਾਰ ਪੂਨਾਵਾਲਾ ਦਾ ਇੱਕ ਬਿਆਨ ਸਾਹਮਣੇ ਆਇਆ। ਆਬਾਦੀ ਦੇ ਹਿਸਾਬ ਦੇ ਨਾਲ ਭਾਰਤ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਔਰ ਇੰਨੀ ਆਬਾਦੀ ਦਾ ਵੈਕਸੀਨੇਸ਼ਨ 2-3 ਮਹੀਨਿਆਂ ਦੇ ਵਿੱਚ ਸੰਭਵ ਨਹੀਂ ਹੈ। ਆਧਾਰ ਪੂਨਾਵਾਲਾ ਵੱਲੋਂ ਇਹ ਗੱਲ ਕਹੀ ਗਈ। ਪੂਰੀ ਦੁਨੀਆ ਦੀ ਵੈਕਸੀਨੇਸ਼ਨ ਦੇ ਵਿੱਚ 2-3 ਸਾਲ ਲੱਗਣਗੇ। ਸਿਰਮ ਇੰਸਟੀਚਿਊਟ ਵੱਲੋਂ ਇਹ ਸਫਾਈ ਦਿੱਤੀ ਗਈ ਹੈ। ਕੋਰੋਨਾ ਵੈਕਸੀਨ ਦੇ ਨਿਰਯਾਤ ਤੇ ਵੀ ਆਧਾਰ ਪੂਨਾਵਾਲਾ ਬੋਲਦੇ ਹੋਏ ਨਜ਼ਰ ਆਏ ਕਿ ਸਟਾਕ ਵਧਣ ਤੇ ਹੀ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜੀ ਗਈ ਹੈ ਔਰ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਦੇ ਸਮਝੌਤਾ ਨਹੀਂ ਕੀਤਾ। ਤਾਂ ਸਿਰਮ ਇੰਸਟੀਚਿਊਟ ਵੱਲੋਂ ਵੈਕਸੀਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਔਰ ਹੁਣ ਸਿਰਮ ਇੰਸਟੀਚਿਊਟ ਦੇ CEO ਆਧਾਰ ਪੂਨਾਵਾਲਾ ਦਾ ਇੱਕ ਬਿਆਨ ਸਾਹਮਣੇ ਆਇਆ, ਖਾਸ ਕਰਕੇ ਜਦੋਂ ਵੈਕਸੀਨ ਦੀ ਬੇਹੱਦ ਦਿੱਕਤ ਆ ਰਹੀ ਹੈ, ਹਰ ਕਿਤੇ ਵੈਕਸੀਨ ਦੀ ਘਾਟ ਹੋ ਰਹੀ ਹੈ। ਤਾਂ ਉਸ ਦੌਰਾਨ CEO ਆਧਾਰ ਪੂਨਾਵਾਲਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਆਬਾਦੀ ਦੇ ਹਿਸਾਬ ਦੇ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਔਰ ਸਿਰਫ 2-3 ਮਹੀਨਿਆਂ ਦੇ ਵਿੱਚ ਹੀ ਪੂਰਾ ਦੇਸ਼ ਵੈਕਸੀਨੇਟ ਹੋ ਸਕੇ ਇਹ ਮੁਮਕਿਨ ਨਹੀਂ ਹੈ।